Hello students, welcome again on my channel. In this video we are going to learn what are different kind of clauses in English. ਇਸ ਵੀਡੀਓ ਦੇ ਵਿੱਚ ਆਪਾਂ ਦੇਖਾਂਗੇ ਕਿ ਇੰਗਲਿਸ਼ ਦੇ ਵਿੱਚ ਕਲੌਜ਼ ਕੀ ਹੁੰਦਾ ਹੈ, ਕਿਉਂਕਿ ਕਲੌਜ਼ ਹਮੇਸ਼ਾ ਹੀ ਸਟੂਡੈਂਟਸ ਦੇ ਲਈ ਇੱਕ ਡਿਫਿਕਲਟ ਟੌਪਿਕ ਰਿਹਾ ਆ। ਕੀ ਹੁੰਦਾ ਕਲੌਜ਼, ਕਿਸ ਤਰ੍ਹਾਂ ਇਸ ਨੂੰ ਯੂਜ਼ ਕਰਦੇ ਆ ਜਾਂ ਕਿਸ ਤਰ੍ਹਾਂ ਦੇ ਕਲੌਜ਼ ਸਾਨੂੰ ਇੰਗਲਿਸ਼ ਦੇ ਵਿੱਚ ਦੇਖਣ ਨੂੰ ਮਿਲਦੇ ਆ। ਸੋ ਲੈਟਸ ਗੈਟ ਸਟਾਰਟਡ। ਸਟਾਰਟ ਕਰਨ ਤੋਂ ਪਹਿਲਾਂ ਕੀ ਤੁਹਾਨੂੰ ਇਹ ਨਹੀਂ ਲੱਗਦਾ ਕਿ ਸਾਨੂੰ ਇਹ ਦੇਖਣਾ ਚਾਹੀਦਾ ਕਿ ਕਲੌਜ਼ਸ ਪੜ੍ਹਨੇ ਇੰਗਲਿਸ਼ ਦੇ ਵਿੱਚ ਜ਼ਰੂਰੀ ਕਿਉਂ ਹੈਗੇ ਨੇ। ਸੋ ਫਸਟ ਆਪਾਂ ਦੇਖਾਂਗੇ ਕਿ ਕਿਉਂ ਸਾਨੂੰ ਜ਼ਰੂਰੀ ਹੈਗੇ ਨੇ ਇੰਗਲਿਸ਼ ਦੇ ਵਿੱਚ ਕਲੌਜ਼ ਨੂੰ ਅੰਡਰਸਟੈਂਡ ਕਰਨਾ, ਕਿਉਂਕਿ ਬਿਨਾਂ ਕਿਸੇ ਚੀਜ਼ ਦੀ ਇੰਪੋਰਟੈਂਸ ਦੇ ਉਸ ਚੀਜ਼ ਨੂੰ ਪੜ੍ਹਨ ਦਾ ਕੋਈ ਫਾਇਦਾ ਨਹੀਂ ਹੈਗਾ ਜਿਸ ਦੀ ਸਾਨੂੰ ਇੰਪੋਰਟੈਂਸ ਦਾ ਪਤਾ ਨਹੀਂ ਹੈਗਾ। ਸੋ ਕਲੌਜ਼ਸ ਦੀ ਕੀ ਇੰਪੋਰਟੈਂਸ ਹੈਗੀ ਇੰਗਲਿਸ਼ ਦੇ ਵਿੱਚ, ਸਭ ਤੋਂ ਪਹਿਲਾਂ ਆਪਾਂ ਸਮਝਦੇ ਹਾਂ ਇਹ। ਵੈਲ ਇੰਗਲਿਸ਼ ਦੇ ਵਿੱਚ ਜਦੋਂ ਤੁਸੀਂ ਸਪੈਸ਼ਲੀ ਚਾਹੇ ਬੇਸ਼ੱਕ ਤੁਸੀਂ ਲੈਂਗੁਏਜ ਨੂੰ ਸਿੱਖ ਰਹੇ ਆ ਜਾਂ ਫਿਰ ਤੁਸੀਂ ਕਿਸੇ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਆ ਔਰ ਜਾਂ ਫਿਰ ਤੁਸੀਂ ਆਇਲਸ ਦੀ ਤਿਆਰੀ ਕਰ ਰਹੇ ਆ, ਉਸ ਦੇ ਵਿੱਚ ਕਲੌਜ਼ਸ ਦੀ ਇੰਪੋਰਟੈਂਸ ਬਹੁਤ ਜ਼ਿਆਦਾ ਹੈਗੀ ਆ। ਕਲੌਜ਼ਸ ਕਹਿ ਲਈਏ ਕਿ ਇੰਗਲਿਸ਼ ਦਾ ਇੱਕ ਇੰਟੀਗਰਲ ਪਾਰਟ ਹੈਗੇ ਆ। ਵਿਦਆਊਟ ਕਲੌਜ਼ਸ देयर इज नो ਐਨੀ ਇੰਗਲਿਸ਼ ਸੈਂਟੈਂਸ ਦੈਟ ਕੈਨ ਬੀ ਇਫੈਕਟਿਵ। ਸੋ ਬਿਨਾਂ ਇੰਗਲਿਸ਼ ਦੇ ਵਿੱਚ ਕਲੌਜ਼ਸ ਦੇ ਕੋਈ ਵੀ ਸੈਂਟੈਂਸ ਇਫੈਕਟਿਵ ਨਹੀਂ ਹੋ ਸਕਦਾ। ਸੋ ਕਲੌਜ਼ ਦੀ ਇੰਪੋਰਟੈਂਸ ਦੇਖਦੇ ਹਾਂ ਫਸਟ ਆਪਾਂ ਕੀ ਹੈਗੀ ਆ। ਵੈਲ ਆਇਲਸ ਦੀ ਗੱਲ ਕਰੀਏ ਤੇ ਆਇਲਸ ਦੇ ਵਿੱਚ ਕੀ ਹੈਗਾ ਕਿ ਅਗਰ ਆਪਾਂ ਹਾਇਰ ਸਕੋਰ ਅਚੀਵ ਕਰਨਾ ਤੇ ਮਾਰਕਿੰਗ ਸਕੋਰ ਜੋ ਹੈਗਾ ਸਾਡਾ, ਜੋ ਮਾਰਕਿੰਗ ਕ੍ਰਾਈਟੇਰੀਆ ਹੈਗਾ ਆਇਲਸ ਰਾਈਟਿੰਗ ਦਾ, ਉਹ ਆਇਲਸ ਦੇ ਵਿੱਚ ਕਿਸ ਤਰ੍ਹਾਂ ਦੇ ਸੈਂਟੈਂਸ ਸਾਡੇ ਬਣਦੇ ਨੇ। ਅਗਰ ਸਿੰਪਲੀ ਮੈਂ ਇੱਥੇ ਚਾਰ ਤਰ੍ਹਾਂ ਦੇ ਬੇਸਿਕ ਸੈਂਟੈਂਸਸ ਦੀ ਗੱਲ ਕਰਾਂ ਤੇ ਫਸਟ ਸਾਡੇ ਕੋਲ ਹੋਣਾ ਸਿੰਪਲ ਸੈਂਟੈਂਸ, ਨੰਬਰ ਸੈਕੰਡ ਤੇ ਕੰਪਾਊਂਡ ਸੈਂਟੈਂਸ ਐਂਡ ਨੰਬਰ ਥਰਡ ਦੇ ਉੱਤੇ ਹੁੰਦਾ ਕੰਪਲੈਕਸ ਸੈਂਟੈਂਸਸ ਐਂਡ ਨੰਬਰ ਫੋਰਥ ਕੰਪਾਊਂਡ ਕੰਪਲੈਕਸ ਸੈਂਟੈਂਸਸ। ਸੋ ਕਿਸ ਤਰ੍ਹਾਂ ਬਣਨੇ ਨੇ ਸਾਡੇ ਕੰਪਾਊਂਡ ਐਂਡ ਕੰਪਲੈਕਸ ਸੈਂਟੈਂਸਸ, ਇਸ ਦੇ ਲਈ ਸਾਨੂੰ ਅੰਡਰਸਟੈਂਡ ਕਰਨਾ ਪੈਣਾ ਆ ਕਲੌਜ਼ ਨੂੰ। ਸੋ ਇਸ ਕਰਕੇ ਆਪਾਂ ਅੱਜ ਕੀ ਪੜਾਂਗੇ, ਕਲੌਜ਼ ਨੂੰ ਆਪਾਂ ਸਭ ਤੋਂ ਪਹਿਲਾਂ ਆਇਡੈਂਟੀਫਾਈ ਕਰਾਂਗੇ ਕਲੌਜ਼ ਹੁੰਦਾ ਕੀ ਆ, ਉਸ ਤੋਂ ਬਾਅਦ ਦੇਖਾਂਗੇ ਕਿ ਕਿਸ ਤਰ੍ਹਾਂ ਦੇ ਕਲੌਜ਼ ਆਪਾਂ ਇੰਗਲਿਸ਼ ਦੇ ਵਿੱਚ ਯੂਜ਼ ਕਰਦੇ ਹਾਂ। ਫਸਟ ਆਪਾਂ ਦੇਖਾਂਗੇ ਕਿ ਇੱਕ ਕਲੌਜ਼ ਹੁੰਦਾ ਕੀ ਹੈਗਾ। ਵੈਲ ਸਿੰਪਲੀ ਇਹਦੀ ਸਿੰਪਲ ਜੀ ਇੱਕ ਡੈਫੀਨੇਸ਼ਨ ਦਵਾਂ ਤੇ ਇੱਕ ਕਲੌਜ਼ ਦੇ ਵਿੱਚ ਇੱਕ ਕਲੌਜ਼ ਇਜ਼ ਅ ਸੈਂਟੈਂਸ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਕਲੌਜ਼ ਇਜ਼ ਅ ਗਰੁੱਪ ਆਫ ਵਰਡਸ ਇਨ which includes a subject and a predicate। ਮੀਨਸ ਕੀ ਹੈ ਕਿ ਕਲੌਜ਼ ਦੇ ਵਿੱਚ ਸਾਡੇ ਕੋਲ ਕੀ ਹੋਣਾ ਚਾਹੀਦਾ, ਇੱਕ ਕਲੌਜ਼ ਉਸ ਨੂੰ ਕਹਿੰਦੇ ਆਪਾਂ ਜਿਸ ਦੇ ਵਿੱਚ ਇੱਕ ਸਬਜੈਕਟ ਐਂਡ ਇੱਕ ਪ੍ਰੈਡੀਕੇਟ ਹੁੰਦਾ ਹੈ। ਪ੍ਰੈਡੀਕੇਟ ਅਗਰ ਤੁਹਾਨੂੰ ਸਮਝ ਨਹੀਂ ਲੱਗਦਾ ਤੇ ਆਪਾਂ ਸਿੰਪਲੀ ਕਹਿ ਸਕਦੇ ਜਿਹੜੇ ਵੀ ਸੈਂਟੈਂਸ ਦੇ ਵਿੱਚ ਇੱਕ ਸਬਜੈਕਟ ਐਂਡ ਵਰਬ ਹੁੰਦਾ ਉਸ ਨੂੰ ਆਪਾਂ ਇੱਕ ਕਲੌਜ਼ ਕਹਿੰਦੇ ਆ। ਇਸ ਦੀ ਆਪਾਂ ਲੈਣੇ ਐਗਜ਼ਾਮਪਲ ਦੇ ਤੌਰ ਤੇ ਤੁਸੀਂ ਇੱਕ ਸੈਂਟੈਂਸ ਦੇਖ ਸਕਦੇ ਆ, ਰਾਮ ਇਜ਼ ਅ ਗੁੱਡ ਬॉय, ਐਲੈਕਸ ਗੋਜ਼ ਟੂ ਸਕੂਲ ਐਵਰੀ ਡੇ, ਐਲੈਕਸ ਹਰ ਡੇ ਸਕੂਲ ਜਾਂਦਾ ਹੈਗਾ ਆ। Children like to play in their free time, ਬੱਚੇ ਆਪਣੇ ਫ੍ਰੀ ਟਾਈਮ ਦੇ ਵਿੱਚ ਖੇਡਣਾ ਪਸੰਦ ਕਰਦੇ ਹਨ। ਸੋ ਇਹਨਾਂ ਸੈਂਟੈਂਸਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਨੰਬਰ ਫਸਟ ਤੇ ਸਾਡਾ ਸੈਂਟੈਂਸ ਹੈਗਾ ਰਾਮ ਇਜ਼ ਅ ਗੁੱਡ ਬॉय। ਸੋ ਪੂਰਾ ਸੈਂਟੈਂਸ ਕੰਪਲੀਟ ਹੈਗਾ। ਰਾਮ ਸਾਡਾ ਸਬਜੈਕਟ ਹੈ, ਇਜ਼ ਜਿਹੜਾ ਹੈ ਇਸ ਤੋਂ ਲੈ ਕੇ ਜੋ ਕਿ ਸਾਡਾ ਵਰਬ ਹੈ ਉਸ ਤੋਂ ਪਿੱਛੇ ਤੱਕ ਪੂਰਾ ਸਾਡਾ ਸੈਂਟੈਂਸ ਪ੍ਰੈਡੀਕੇਟ ਹੁੰਦਾ ਹੈ ਜਾਂ ਫਿਰ ਆਪਾਂ ਕਹ ਲਈਏ ਸਬਜੈਕਟ ਵਰਬ ਹੈਗਾ ਤੇ ਇਹ ਸਾਡਾ ਇੱਕ ਸੈਂਟੈਂਸ ਹੈਗਾ ਆ। ਇਸ ਨੂੰ ਆਪਾਂ ਇੱਕ ਕਲੌਜ਼ ਵੀ ਕਹਿ ਸਕਦੇ ਹਾਂ। ਦੂਸਰੇ ਸੈਂਟੈਂਸ ਆਪਾਂ ਕਹਿੰਦੇ ਕਿ ਐਲੈਕਸ ਗੋਜ਼ ਟੂ ਸਕੂਲ ਐਵਰੀ ਡੇ, ਐਲੈਕਸ ਹਰ ਰੋਜ਼ ਸਕੂਲ ਜਾਂਦਾ ਹੈ। ਸੋ ਐਲੈਕਸ ਸਾਡਾ ਸਬਜੈਕਟ ਹੈਗਾ ਐਂਡ ਗੋਜ਼ ਸਾਡਾ ਵਰਬ ਹੈਗਾ। ਅਗਰ ਆਪਾਂ ਗੋਜ਼ ਤੋਂ ਪਿੱਛੇ ਤੱਕ ਦੇਖੀਏ ਤੇ ਸਾਰਾ ਹੀ ਸਾਡਾ ਜਿਹੜਾ ਪ੍ਰੈਡੀਕੇਟ ਹੈਗਾ। ਸੋ ਇਹ ਵੀ ਇੱਕ ਕੰਪਲੀਟ ਸੈਂਟੈਂਸ ਹੈਗਾ ਆ। ਨੰਬਰ ਥਰਡ ਤੇ ਅਸੀਂ ਸੈਂਟੈਂਸ ਲਿਖਿਆ ਸੀਗਾ ਚਿਲਡਰਨ ਲਾਈਕ ਟੂ ਪਲੇ ਇਨ देयर ਫ੍ਰੀ ਟਾਈਮ। ਸੋ ਬੱਚੇ ਆਪਣੇ ਫ੍ਰੀ ਟਾਈਮ ਦੇ ਵਿੱਚ ਖੇਡਣਾ ਪਸੰਦ ਕਰਦੇ ਹਨ। ਇੱਥੇ ਵੀ ਸਾਡਾ ਚਿਲਡਰਨ ਸਬਜੈਕਟ ਐਂਡ ਲਾਈਕ ਟੂ ਪਲੇ ਸਾਡਾ ਜਿਹੜਾ ਉਸ ਤੋਂ ਬਾਅਦ ਸਾਰੀ ਹੈਗੀ ਉਹ ਪ੍ਰੈਡੀਕੇਟ ਹੈਗਾ। ਹੁਣ ਮੇਨ ਪ੍ਰੋਬਲਮ ਇੱਥੇ ਇਹ ਹੋਊਗੀ ਕਿ ਸਟੂਡੈਂਟ ਨੂੰ ਲੱਗੂਗਾ ਕਿ ਇਹ ਤਾਂ ਇੱਕ ਸੈਂਟੈਂਸ ਆ, ਇਸ ਨੂੰ ਆਪਾਂ ਇੱਕ ਕਲੌਜ਼ ਕਿਸ ਤਰ੍ਹਾਂ ਕਹਿ ਸਕਦੇ ਹਾਂ, ਜਾਂ ਫਿਰ ਅਗਰ ਇਸ ਨੂੰ ਕਲੌਜ਼ ਕਹੀਏ ਵੀ ਤਾਂ ਫਿਰ ਸੈਂਟੈਂਸ ਕਿਸ ਨੂੰ ਕਵਾਂਗੇ। ਸੋ ਬਿਲਕੁਲ ਤੁਹਾਡਾ ਡਾਊਟ ਜਿਹੜਾ ਸਹੀ ਹੈਗਾ ਆ। ਸੋ ਇੱਥੇ ਸਿੰਪਲ ਜੀ ਗੱਲ ਸਮਝਣੇ ਵਾਲੀ ਇਹ ਹੈਗੀ ਆ ਕਿ ਇੱਕ ਕਲੌਜ਼ ਨੂੰ ਇੱਕ ਸੈਂਟੈਂਸ ਵੀ ਕਿਹਾ ਜਾਂਦਾ ਹੈਗਾ। ਸੋ ਇਸ ਕਰਕੇ ਕਿਉਂਕਿ ਸਾਡੇ ਕੋਲ ਸੈਂਟੈਂਸ ਦੇ ਵਿੱਚ ਵੀ ਕੀ ਹੁੰਦਾ, ਇੱਕ ਸੈਂਟੈਂਸ ਦੇ ਵਿੱਚ ਵੀ ਇੱਕ ਸਬਜੈਕਟ ਐਂਡ ਇੱਕ ਵਰਬ ਹੀ ਹੁੰਦਾ ਹੈ ਜਿਸ ਨੂੰ ਆਪਾਂ ਸੈਂਟੈਂਸ ਕਹਿੰਦੇ ਆ। ਬਟ ਕਲੌਜ਼ ਦੇ ਵਿੱਚ ਡਿਫਰੈਂਸ ਕੀ ਹੋ ਸਕਦਾ, ਮੈਂ ਇੱਥੇ ਤੁਹਾਨੂੰ ਇੱਕ ਦੋ ਐਗਜ਼ਾਮਪਲਸ ਹੋਰ ਦਿੰਦਾ ਤਾਂ ਕਿ ਤੁਹਾਡੇ ਲਈ ਪਹਿਲਾਂ ਕਲੌਜ਼ ਐਂਡ ਸੈਂਟੈਂਸ ਦੇ ਵਿੱਚ ਡਿਫਰੈਂਸ ਜਿਹੜਾ ਆਪਾਂ ਕਲੀਅਰ ਕਰ ਲਈਏ। ਸੋ ਕਲੌਜ਼ ਐਂਡ ਸੈਂਟੈਂਸ ਕੀ ਹੁੰਦਾ, ਅਗਰ ਆਪਾਂ ਇੱਕ ਕਲੌਜ਼ ਲਿਖਦੇ ਹਾਂ ਕਿ ਰਾਮ ਗੋਜ਼ ਟੂ ਸਕੂਲ ਡੇਲੀ, ਇੱਕ ਸੈਂਟੈਂਸ ਆਪਾਂ ਹੋਰ ਲਿਖਾਂਗੇ ਕਿ ਰਾਮ ਡਜ਼ ਨਾਟ ਲਾਈਕ ਟੂ ਸਟੱਡੀ। ਸੋ ਦੋਨੋਂ ਸੈਂਟੈਂਸ ਸਾਡੇ ਅਲੱਗ-ਅਲੱਗ ਹੈਗੇ ਆ। ਸੋ ਦੋਨਾਂ ਨੂੰ ਆਪਾਂ ਕੀ ਇੱਕ ਸੈਪਰੇਟ ਕਲੌਜ਼ ਵੀ ਕਹਿ ਸਕਦੇ ਕਿ ਦੋਨੋਂ ਸੈਪਰੇਟ ਕਲੌਜ਼ਸ ਹੈਗੇ ਆ। ਬਟ ਇਸ ਸੈਂਟੈਂਸ ਨੂੰ ਜੇਕਰ ਆਪਾਂ ਇੱਕ ਕੰਜੰਕਸ਼ਨ ਦੇ ਨਾਲ ਐਡ ਕਰ ਦਈਏ, ਫੋਰ ਐਗਜ਼ਾਮਪਲ ਰਾਮ ਗੋਜ਼ ਟੂ ਸਕੂਲ ਡੇਲੀ ਬਟ ਹੀ ਡਜ਼ ਨਾਟ ਲਾਈਕ ਸਟੱਡੀ। ਸੋ ਇੱਥੇ ਸੈਂਟੈਂਸ ਦੇ ਵਿੱਚ ਕੀ ਹੋਇਆ ਕਿ ਹੁਣ ਅਸੀਂ ਸੈਂਟੈਂਸ ਜਿਹੜਾ ਆ ਉਹਨੂੰ ਕੰਪਾਊਂਡ ਕਰ ਦਿੱਤਾ ਆ, ਸੈਂਟੈਂਸ ਇੱਕ ਬਣਾ ਦਿੱਤਾ। ਪਰ ਇਸ ਸੈਂਟੈਂਸ ਦੇ ਵਿੱਚ ਤੁਸੀਂ ਦੇਖੋ ਤੇ ਸਾਡੇ ਕੋਲ ਦੋ ਸਬਜੈਕਟ ਐਂਡ ਦੋ ਵਰਬ ਹੈ। ਫਸਟ ਰਾਮ ਸਬਜੈਕਟ ਹੋ ਗਿਆ ਐਂਡ ਗੋਜ਼ ਟੂ ਸਕੂਲ ਡੇਲੀ, ਇੱਕ ਪ੍ਰੈਡੀਕੇਟ ਹੋ ਗਿਆ ਜਾਂ ਗੋਜ਼ ਸਾਡਾ ਵਰਬ ਹੈ, ਇੱਕ ਸਬਜੈਕਟ ਐਂਡ ਇੱਕ ਵਰਬ, ਔਰ ਅੱਗੇ ਬਟ ਲਗਾ ਕੇ ਆਪਾਂ ਫਿਰ ਸੈਂਟੈਂਸ ਬਣਾਇਆ ਹੀ ਡਜ਼ ਨਾਟ ਲਾਈਕ ਸਟੱਡੀ।
ਉਹ ਸਟੱਡੀ ਪਸੰਦ ਨਹੀਂ ਕਰਦਾ। ਸੋ ਇੱਥੇ ਸਾਡੇ ਕੋਲ ਹੀ ਫਿਰ ਸਬਜੈਕਟ ਹੈ ਐਂਡ ਅੱਗੇ ਸਾਡਾ ਪ੍ਰੈਡੀਕੇਟ ਆ ਗਿਆ। ਹੁਣ ਇਸ ਸੈਂਟੈਂਸ ਦੇ ਵਿੱਚ ਹੋਇਆ ਕੀ ਆ, ਇਸ ਸੈਂਟੈਂਸ ਦੇ ਵਿੱਚ ਕੀ ਆ ਕਿ ਸਾਡੇ ਕੋਲ ਸੈਂਟੈਂਸ ਇੱਕੋ ਹੀ ਆ ਬਟ ਇਸ ਸੈਂਟੈਂਸ ਦੇ ਵਿੱਚ ਕਲਾਉਜ਼ ਦੋ ਹੋ ਗਏ। ਸੋ ਸਿੰਪਲ ਜੀ ਗੱਲ ਹੈਗੀ ਆ ਕਿ ਇੱਕ ਕਲਾਉਜ਼ ਐਂਡ ਇੱਕ ਸੈਂਟੈਂਸ ਦੇ ਵਿੱਚ ਜ਼ਿਆਦਾ ਡਿਫਰੈਂਸ ਨਹੀਂ ਹੁੰਦਾ ਬਟ ਇੱਕ ਸੈਂਟੈਂਸ ਦੇ ਵਿੱਚ ਇੱਕ ਤੋਂ ਜ਼ਿਆਦਾ ਕਲਾਉਜ਼ ਹੋ ਸਕਦੇ ਨੇ। ਸੋ ਇਹ ਤਾਂ ਸੀਗਾ ਸਾਡਾ ਕਲਾਉਜ਼ ਐਂਡ ਕਲਾਉਜ਼ ਤੇ ਸੈਂਟੈਂਸ ਦੇ ਵਿੱਚ ਡਿਫਰੈਂਸ। ਹੁਣ ਆਪਾਂ ਦੇਖਦੇ ਹਾਂ ਕਿ ਕਿਸ ਕਿਸ ਤਰ੍ਹਾਂ ਦੇ ਕਲਾਉਜ਼ ਆਪਾਂ ਇੰਗਲਿਸ਼ ਦੇ ਵਿੱਚ ਯੂਜ਼ ਕਰਦੇ ਹੈਗੇ। ਹੁਣ ਆਪਾਂ ਦੇਖਦੇ ਹਾਂ ਕਲਾਉਜ਼ ਦੀਆਂ ਟਾਈਪਸ। ਫਸਟ ਅਗਰ ਦੇਖੀਏ ਤੇ ਕਲਾਉਜ਼ ਨੂੰ ਦੋ ਕੈਟਾਗਰੀਜ਼ ਦੇ ਵਿੱਚ ਡਿਵਾਈਡ ਕੀਤਾ ਹੋਇਆ। ਨੰਬਰ ਫਸਟ ਤੇ ਸਾਡੇ ਕੋਲ ਹੈਗੇ ਇੰਡੀਪੈਂਡੈਂਟ ਕਲਾਉਜ਼ ਐਂਡ ਨੰਬਰ ਸੈਕੰਡ ਤੇ ਸਾਡੇ ਕੋਲ ਹੈਗੇ ਡਿਪੈਂਡੈਂਟ ਜਾਂ ਫਿਰ ਸਬਆਰਡੀਨੇਟ ਕਲਾਉਜ਼। ਸੋ ਦੇਖਾਂਗੇ ਆਪਾਂ ਕਿ ਸਾਡੇ ਕੋਲ ਇੰਡੀਪੈਂਡੈਂਟ ਕਲਾਉਜ਼ਸ ਕਿਹੜੇ ਹੁੰਦੇ ਆ ਜਾਂ ਫਿਰ ਇੰਡੀਪੈਂਡੈਂਟ ਐਂਡ ਡਿਪੈਂਡੈਂਟ ਦੇ ਵਿੱਚ ਕੀ ਡਿਫਰੈਂਸ ਹੈਗਾ। ਫਸਟ ਅਗਰ ਆਪਾਂ ਇੰਡੀਪੈਂਡੈਂਟ ਦੀ ਗੱਲ ਕਰੀਏ ਤੇ ਐਗਜ਼ਾਮਪਲ ਦੇ ਨਾਲ ਸਮਝਾਵਾਂ। ਇੰਡੀਪੈਂਡੈਂਟ ਮੀਨਸ ਹੁੰਦਾ ਕਿ ਕੋਈ ਚੀਜ਼ ਨੂੰ ਕਿਸੇ ਹੋਰ ਚੀਜ਼ ਦੀ ਜ਼ਰੂਰਤ ਨਹੀਂ ਹੈਗੀ ਆ, ਉਹ ਆਪਣੇ ਆਪ ਤੇ ਇੰਡੀਪੈਂਡੈਂਟ ਹੈਗੀ। ਐਗਜ਼ਾਮਪਲ ਦੇ ਤੌਰ ਤੇ ਫॉर एग्जांपल चिल्ड्रन मोस्टली अपने पेरेंट्स ਦੇ ਉੱਤੇ ਡਿਪੈਂਡੈਂਟ ਹੁੰਦੇ ਆ ਬਟ ਪੇਰੈਂਟਸ ਜਿਹੜੇ ਆ ਕਿਸੇ ਦੇ ਉੱਤੇ ਡਿਪੈਂਡੈਂਟ ਨਹੀਂ ਹੁੰਦੇ। ਸਪੈਸ਼ਲੀ ਉਹ ਕੀ ਹੁੰਦੇ ਆ, ਉਹ ਇੰਡੀਪੈਂਡੈਂਟ ਹੁੰਦੇ। ਇਟ ਮੀਨਸ ਕੀ ਆ ਕਿ ਉਹਨਾਂ ਨੂੰ ਕਿਸੇ ਤੋਂ ਕੋਈ ਹੈਲਪ ਦੀ ਜ਼ਰੂਰਤ ਨਹੀਂ ਹੁੰਦੀ ਮੋਸਟਲੀ ਬਟ ਜਿਹੜੇ ਚਿਲਡਰਨ ਹੁੰਦੇ ਆ ਉਹਨਾਂ ਨੂੰ ਹਮੇਸ਼ਾ ਹੀ ਆਪਣੇ ਪੇਰੈਂਟਸ ਦੀ ਜ਼ਰੂਰਤ ਹੁੰਦੀ ਆ। ਸੋ ਇਸ ਕਰਕੇ ਚਿਲਡਰਨ ਜਿਹੜੇ ਆ ਡਿਪੈਂਡੈਂਟ ਹੋਣਗੇ, ਪੇਰੈਂਟਸ ਹੋਣਗੇ ਇੰਡੀਪੈਂਡੈਂਟ। ਸੋ ਇਸੇ ਤਰ੍ਹਾਂ ਹੀ ਆਪਾਂ ਇਹਨਾਂ ਨੂੰ ਸਮਝਾਂਗੇ। ਇੰਡੀਪੈਂਡੈਂਟ ਕਲਾਉਜ਼ਸ ਉਹ ਕਲਾਉਜ਼ਸ ਹੁੰਦੇ ਆ ਜਿਹੜੇ ਆਪਣਾ ਮੀਨਿੰਗ ਦੇਣ ਦੇ ਲਈ ਕਿਸੇ ਹੋਰ ਕਲਾਉਜ਼ ਦੀ ਜ਼ਰੂਰਤ ਮਹਿਸੂਸ ਨਹੀਂ ਕਰਦੇ। ਐਗਜ਼ਾਮਪਲ ਦੇ ਤੌਰ ਤੇ ਮੈਂ ਅਗਰ ਸੈਂਟੈਂਸ ਲਿਖਾਂ ਰਾਮ ਗੋਸ ਟੂ ਸਕੂਲ ਜਾਂ ਫਿਰ ਆਪਾਂ ਹੋਰ ਸੈਂਟੈਂਸ ਲਿਖ ਦਿੰਦੇ ਆ ਕਿ ਆਈ ਕੁਡ ਨਾਟ ਗੋ ਟੂ ਸਕੂਲ, ਮੈਂ ਸਕੂਲ ਨਹੀਂ ਜਾ ਸਕਿਆ। ਸੋ ਇੱਕ ਸੈਂਟੈਂਸ ਕੰਪਲੀਟ ਹੈਗਾ। ਜਾਂ ਫਿਰ ਮੈਂ ਇੰਗਲਿਸ਼ ਪੜ੍ਹਾ ਰਿਹਾ ਹਾਂ, ਇਹ ਵੀ ਇੱਕ ਆਪਣੇ ਆਪ ਦੇ ਵਿੱਚ ਪੂਰਾ ਸੈਂਟੈਂਸ ਹੈਗਾ। ਅਗਰ ਤੁਸੀਂ ਪੜ੍ਹ ਕੇ ਦੇਖੋ ਤੁਹਾਨੂੰ ਵੀ ਡਿਫਰੈਂਸ ਫੀਲ ਹੋਊਗਾ। ਬਟ ਔਨ ਦਾ ਅਦਰ ਹੈਂਡ ਜਦੋਂ ਆਪਾਂ ਡਿਪੈਂਡੈਂਟ ਕਲਾਉਜ਼ ਦੀ ਗੱਲ ਕਰਾਂਗੇ ਤੇ ਡਿਪੈਂਡੈਂਟ ਕਲਾਉਜ਼ ਦੇ ਵਿੱਚ ਜਿਹੜਾ ਆ ਮੀਨਿੰਗ ਕਦੇ ਵੀ ਕੰਪਲੀਟ ਨਹੀਂ ਹੁੰਦਾ ਕਿਉਂਕਿ ਡਿਪੈਂਡੈਂਟ ਜਿਵੇਂ ਕਿ ਸਾਨੂੰ ਨਾਮ ਤੋਂ ਹੀ ਪਤਾ ਲੱਗਦਾ ਡਿਪੈਂਡੈਂਟ ਕਲਾਉਜ਼ ਹਮੇਸ਼ਾ ਹੀ ਕਿਸੇ ਚੀਜ਼ ਦੇ ਉੱਤੇ ਡਿਪੈਂਡੈਂਟ ਹੋਊਗਾ ਆਪਣਾ ਮੀਨਿੰਗ ਦੇਣ ਦੇ ਲਈ। ਐਗਜ਼ਾਮਪਲ ਦੇ ਤੌਰ ਤੇ ਮੈਂ ਇੱਕ ਸੈਂਟੈਂਸ ਲਿਖਦਾ whenever I go to school, ਜਦੋਂ ਕਦੇ ਮੈਂ ਸਕੂਲ ਜਾਂਦਾ ਹਾਂ। ਹੁਣ ਇਸ ਸੈਂਟੈਂਸ ਨੂੰ ਪੜ੍ਹ ਕੇ ਦੇਖੋ ਕਿ ਜਿਸ ਤਰ੍ਹਾਂ ਸੈਂਟੈਂਸ ਆਪਣੇ ਆਪ ਦੱਸ ਰਿਹਾ ਕਿ ਜਦੋਂ ਕਦੇ ਮੈਂ ਸਕੂਲ ਜਾਂਦਾ ਹਾਂ, what happens then, ਫਿਰ ਕੀ ਹੁੰਦਾ ਜਦੋਂ ਅਸੀਂ ਸਕੂਲ ਜਾਂਦੇ। ਇਟ ਮੀਨਸ ਕੀ ਹੈ ਕਿ ਸੈਂਟੈਂਸ ਕੰਪਲੀਟ ਨਹੀਂ ਹੈਗਾ। ਇਹ ਰੀਜ਼ਨ ਦੱਸਣ ਦੇ ਲਈ ਕਿ ਜਦੋਂ ਕਦੇ ਮੈਂ ਸਕੂਲ ਜਾਂਦਾ ਹਾਂ ਉਦੋਂ ਕੀ ਹੁੰਦਾ ਆ, ਇੱਕ ਕਲਾਉਜ਼ ਸਾਨੂੰ ਹੋਰ ਇਹਦੇ ਵਿੱਚ ਐਡ ਕਰਨਾ ਪੈਣਾ। ਐਗਜ਼ਾਮਪਲ ਦੇ ਤੌਰ ਤੇ ਇੱਕ ਮੈਂ ਹੋਰ ਐਗਜ਼ਾਮਪਲ ਲਿਖਦਾ ਹਾਂ because I am ill, ਕਿਉਂਕਿ ਮੈਂ ਬਿਮਾਰ ਹਾਂ। ਸੋ ਸੈਂਟੈਂਸ ਨੂੰ ਅਗਰ ਆਪਾਂ ਪੜ੍ਹ ਕੇ ਦੇਖੀਏ ਤੇ ਸੈਂਟੈਂਸ ਕਹਿੰਦਾ ਕਿ ਕਿਉਂਕਿ ਮੈਂ ਬਿਮਾਰ ਹਾਂ then what happens, ਕੀ ਹੁੰਦਾ ਫਿਰ ਮੈਂ ਬਿਮਾਰ ਹਾਂ ਤਾਂ। ਇਟ ਮੀਨਸ ਕਿ ਇਸ ਨੂੰ ਇੱਕ ਹੋਰ ਸੈਂਟੈਂਸ ਚਾਹੀਦਾ ਹੈ ਆਪਣਾ ਮੀਨਿੰਗ ਦੇਣ ਦੇ ਲਈ। ਸੋ ਅਗਰ ਆਪਾਂ ਇੱਕ ਸੈਂਟੈਂਸ ਨੂੰ ਦੋਨਾਂ ਨੂੰ ਮਿਕਸ ਕਰਕੇ ਲਿਖੀਏ ਡਿਪੈਂਡੈਂਟ ਵਰਸਸ ਇੰਡੀਪੈਂਡੈਂਟ, ਅਸੀਂ ਕਹਿ ਸਕਦੇ ਹਾਂ I could not go to school because I was ill। ਸੋ ਇਸ ਸੈਂਟੈਂਸ ਤੁਸੀਂ ਦੇਖ ਸਕਦੇ ਆ ਕਿ I could not go to school ਸਾਡਾ ਇੱਕ ਸੈਂਟੈਂਸ ਆ ਕਿ ਮੈਂ ਸਕੂਲ ਨਹੀਂ ਜਾ ਸਕਿਆ because I was ill, ਕਿਉਂਕਿ ਮੈਂ ਬਿਮਾਰ ਸੀ। ਦੂਸਰਾ ਜਿਹੜਾ ਆ ਮੈਂ ਬਿਮਾਰ ਸੀ ਇੱਕ ਸੈਪਰੇਟ ਕਲਾਉਜ਼ ਆ ਜਦ ਕਿ ਜਿਹੜਾ ਸਾਡਾ I could not go to school ਇੱਕ ਸੈਪਰੇਟ ਕਲਾਉਜ਼ ਹੈਗਾ। ਸੋ I could not go to school ਨੂੰ ਅਗਰ ਆਪਾਂ ਇਕੱਲਾ ਵੀ ਪੜ੍ਹੀਏ ਤੇ ਉਸ ਦਾ ਮੀਨਿੰਗ ਕੰਪਲੀਟ ਹੈਗਾ ਬਟ ਅਗਰ ਆਪਾਂ ਇਸ ਤਰ੍ਹਾਂ ਪੜਾਂਗੇ ਕਿ because I was ill ਕੰਪਲੀਟ ਮੀਨਿੰਗ ਨਹੀਂ ਆਉਣਾ। ਸੋ ਅਗਰ ਆਪਾਂ ਦੋਨਾਂ ਨੂੰ ਕੰਪਾਊਂਡ ਕਰਦੇ ਤੇ ਸਾਡੇ ਕੋਲ ਇੱਕ ਇੰਡੀਪੈਂਡੈਂਟ ਐਂਡ ਇੱਕ ਡਿਪੈਂਡੈਂਟ ਕਲਾਉਜ਼ ਇਕੱਠੇ ਹੋਣਗੇ ਤੇ ਤਾਂ ਹੀ ਸਾਡਾ ਇੱਕ ਸੈਂਟੈਂਸ ਜਿਹੜਾ ਬਣ ਸਕਦਾ। ਸੋ ਇਹ ਤਾਂ ਹੈਗਾ ਬੇਸਿਕ ਡਿਫਰੈਂਸ ਬਿਟਵੀਨ ਇੰਡੀਪੈਂਡੈਂਟ ਐਂਡ ਡਿਪੈਂਡੈਂਟ ਔਰ ਸਬਆਰਡੀਨੇਟ ਕਲਾਉਜ਼। ਸੋ ਹੁਣ ਆਪਾਂ ਦੇਖਦੇ ਹਾਂ ਕਿ ਸਾਡੇ ਕੋਲ ਕਲਾਉਜ਼ਸ ਕਿਸ ਤਰ੍ਹਾਂ ਦੇ ਹੁੰਦੇ ਆ। ਪਰ ਇੰਡੀਪੈਂਡੈਂਟ ਕਲਾਉਜ਼ਸ ਦੀ ਕੋਈ ਵੀ ਕੈਟਾਗਰੀ ਨਹੀਂ ਹੈਗੀ। ਸਾਡੇ ਕੋਲ ਜਿਹੜੀਆਂ ਅੱਗੇ ਟਾਈਪਸ ਹੈਗੀਆਂ ਉਹ ਡਿਪੈਂਡੈਂਟ ਕਲਾਉਜ਼ਸ ਦੇ ਵਿੱਚ ਆਉਂਦੀਆਂ। ਡਿਪੈਂਡੈਂਟ ਕਲਾਉਜ਼ ਦੇ ਵਿੱਚ ਸਾਡੇ ਕੋਲ ਬੇਸਿਕਲੀ ਤਿੰਨ ਤਰ੍ਹਾਂ ਦੇ ਕਲਾਉਜ਼ ਹੁੰਦੇ ਆ। ਨੰਬਰ ਫਸਟ ਨਾउन ਕਲਾਉਜ਼, ਨੰਬਰ ਸੈਕੰਡ ਐਡਜੈਕਟਿਵ ਕਲਾਉਜ਼ ਐਂਡ ਨੰਬਰ ਥਰਡ ਐਡਵਰਬ ਕਲਾਉਜ਼। ਸੋ ਇਹ ਤਿੰਨੋਂ ਦੇ ਤਿੰਨੋਂ ਕਲਾਉਜ਼ ਜਿਹੜੇ ਆਪਾਂ ਯੂਜ਼ ਕਰਦੇ ਆ ਜਦੋਂ ਆਪਾਂ ਇੰਗਲਿਸ਼ ਦੇ ਵਿੱਚ ਕੰਪਲੈਕਸ ਸੈਂਟੈਂਸਸ ਨੂੰ ਬਣਾਉਣਾ ਹੁੰਦਾ। ਸੋ ਕੰਪਲੈਕਸ ਸੈਂਟੈਂਸ ਕਿਸ ਤਰ੍ਹਾਂ ਬਣਦੇ ਆ ਇਹ ਆਪਾਂ ਦੇਖਾਂਗੇ ਨੈਕਸਟ ਵੀਡੀਓ ਦੇ ਵਿੱਚ। ਨੈਕਸਟ ਵੀਡੀਓ ਦੇ ਵਿੱਚ ਹੁਣ ਮੈਂ ਤੁਹਾਡੇ ਲਈ ਲੈ ਕੇ ਆਵਾਂਗਾ ਨਾउन ਕਲਾਉਜ਼ ਕਿਸ ਤਰ੍ਹਾਂ ਕੰਮ ਕਰਦੇ ਆ, ਐਡਜੈਕਟਿਵ ਕਲਾਉਜ਼ ਕਿਸ ਤਰ੍ਹਾਂ ਕੰਮ ਕਰਦੇ ਆ ਐਂਡ ਐਡਵਰਬ ਕਲਾਉਜ਼ ਕਿਸ ਤਰ੍ਹਾਂ ਕੰਮ ਕਰਦੇ ਆ। ਹੋਪ ਹੈ ਕਿ ਤੁਹਾਨੂੰ ਵੀਡੀਓ ਇੱਥੇ ਤੱਕ ਚੰਗੀ ਲੱਗੀ ਹੋਊਗੀ ਔਰ ਕਲਾਉਜ਼ ਦੇ ਵਿੱਚ ਤੁਹਾਨੂੰ ਡਿਫਰੈਂਸ ਵੀ ਕਲੀਅਰ ਹੋ ਗਿਆ ਹੋਊਗਾ ਔਰ ਕਿਸ ਤਰ੍ਹਾਂ ਦਾ ਇੱਕ ਕਲਾਉਜ਼ ਹੁੰਦਾ ਇਹ ਵੀ ਗੱਲ ਤੁਹਾਨੂੰ ਕਲੀਅਰ ਹੋ ਚੁੱਕੀ ਹੋਊਗੀ। ਅਗਰ ਵੀਡੀਓ ਚੰਗੀ ਲੱਗੀ ਆ ਤੇ ਵੀਡੀਓ ਨੂੰ ਸ਼ੇਅਰ ਐਂਡ ਲਾਈਕ ਜ਼ਰੂਰ ਕਰ ਦਿਓ ਐਂਡ ਡੋਂਟ ਫੋਰਗੇਟ ਟੂ ਕਲਿੱਕ ਦਾ ਸਬਸਕ੍ਰਾਈਬ ਬਟਨ। ਥੈਂਕ ਯੂ।